ਪਿਆਰੇ ਬੱਚਿਓ, ਅੱਜ ਅਸੀਂ ਪੰਜਾਬੀ ਪਾਠ ਪੁਸਤਕ 5 ਪੰਜਵੀਂ ਜਮਾਤ ਦੂਜੀ ਭਾਸ਼ਾ ਵਿੱਚ ਦਰਜ ਧਨਵੰਤ ਸਿੰਘ ਸੀਤਲ ਜੀ ਦੁਆਰਾ ਲਿਖੀ ਗਈ ਕਵਿਤਾ ਕੌਮ ਦੀ ਸੇਵਾਦਾਰ ਪੜ੍ਹਾਂਗੇ। ਸਭ ਤੋਂ ਪਹਿਲਾਂ ਅਸੀਂ ਕਵਿਤਾ ਨੂੰ ਪੜ੍ਹਾਂਗੇ, ਉਸ ਤੋਂ ਬਾਅਦ ਇਸ ਦੀ ਵਿਆਖਿਆ ਹੋਏਗੀ ਔਰ ਅੰਤ ਵਿੱਚ ਅਭਿਆਸ ਕੰਮ ਵੀ ਹੱਲ ਕਰਾਂਗੇ। ਕਵੀ ਕੀ ਲਿਖਦਾ ਹੈ? ਕਵੀ ਲਿਖਦਾ ਹੈ, ਉਜਲੇ ਚਿੱਟੇ ਬਸਤਰ ਪਾਈ, ਪਰੀ ਜਿਵੇਂ ਕੋਈ ਅਰਸ਼ੋਂ ਆਈ, ਹਰਦਮ ਤਾਜ਼ਾ ਨਵੀਂ ਨਕੋਰ, ਤੁਰਤ ਫੁਰਤ ਹੈ ਇਸਦੀ ਤੋਰ, ਜਿਉਂ ਤਿਤਲੀ ਦੀ ਹੋਏ ਉਡਾਨ, ਵੰਡਦੀ ਫਿਰਦੀ ਤਿਉਂ ਮੁਸਕਾਨ, ਵਾਰ ਅੰਦਰ ਜਿਉਂ ਹੀ ਆਈ, ਆਉਂਦੇ ਸਾਰ ਹੀ ਰੌਣਕ ਲਾਈ, ਰੋਗੀਆਂ ਤਾਈਂ ਮਿਲ ਗਈ ਢਾਰਸ, ਜਿਉਂ ਆਇਆ ਕੋਈ ਵਾਲੀ ਵਾਰਸ। ਅਗਲੇ ਪੰਨੇ ਤੇ ਕਵੀ ਕੀ ਲਿਖਦਾ ਹੈ? ਕਵੀ ਲਿਖਦਾ ਹੈ, ਕਿਸੇ ਨੂੰ ਥਰਮਾਮੀਟਰ ਲਾਉਂਦੀ, ਨਬਜ਼ ਪਕੜ ਕੇ ਪੁੱਛ ਪੁਛਾਉਂਦੀ, ਕਿਸੇ ਨੂੰ ਹੱਸ ਕੇ ਟੀਕਾ ਲਾਵੇ, ਦਵਾ ਕਿਸੇ ਨੂੰ ਆਨ ਪਿਆਵੇ, ਪੁੱਛਦੀ ਸਭ ਨੂੰ ਪ੍ਰੇਮ ਦੇ ਨਾਲ, ਦੱਸੋ ਜੀ ਹੁਣ ਕੀ ਹੈ ਹਾਲ, ਇਹਦੀ ਤੱਕ ਮਿੱਠੀ ਮੁਸਕਾਨ, ਦੁੱਖ ਸਾਰਾ ਰੋਗੀ ਭੁੱਲ ਜਾਣ, ਬੋਲੇ ਜਦ ਇਹ ਨਾਲ ਪਿਆਰ, ਖਿੜਦਾ ਰੋਗੀ ਦਾ ਸੰਸਾਰ, ਮਾਂ ਦੇ ਵਾਂਗਰ ਰੱਖਦੀ ਧਿਆਨ, ਆਪਣਾ ਸੁੱਖ ਕਰਦੀ ਕੁਰਬਾਨ, ਹੁਣ ਤੁਸਾਂ ਹੈ ਲਈ ਪਛਾਣ, ਕੌਣ ਮਰੀਜ਼ਾਂ ਦੀ ਜਿੰਦ ਜਾਨ, ਇਹ ਹੈ ਕੌਮ ਦੀ ਸੇਵਾਦਾਰ, ਰੋਗੀ ਜਿਸ ਨੂੰ ਕਰਦੇ ਪਿਆਰ, ਸੀਤਲ ਭਰ ਕੇ ਦਿਲ ਵਿੱਚ ਤਰਸ, ਰੱਬ ਨੇ ਭੇਜੀ ਜਗ ਤੇ ਨਰਸ। ਤਾਂ ਅਸੀਂ ਹੁਣ ਇਸ ਦੀ ਵਿਆਖਿਆ ਕਰਾਂਗੇ। ਕਵੀ ਕੀ ਲਿਖਦਾ ਹੈ? ਸਭ ਪਹਿਲੇ ਹੀ ਪੈਰੇ ਵਿੱਚ, ਉਜਲੇ ਚਿੱਟੇ ਬਸਤਰ ਪਾਈ, ਪਰੀ ਜਿਵੇਂ ਕੋਈ ਅਰਸ਼ੋਂ ਆਏ। ਇਹਦੇ ਵਿੱਚ ਆਪਾਂ ਪਹਿਲਾਂ ਜਾਣਾਂਗੇ ਕਿ ਬਸਤਰ ਦੇ ਮਤਲਬ ਹੈ ਕੱਪੜੇ, ਪੁਸ਼ਾਕ, ਔਰ ਅਰਸ਼ੋਂ ਲਿਖਿਆ ਹੋਇਆ। ਅਰਸ਼ੋਂ ਦਾ ਮਤਲਬ ਇੱਥੇ ਕੀ ਹੈ? ਅੰਬਰ, ਆਸਮਾਨ। ਠੀਕ ਹੈ ਜੀ। ਅਤੇ ਕਹਿੰਦੇ ਉਜਲੇ ਚਿੱਟੇ, ਕਹਿੰਦੇ ਸੋਹਣੇ ਚਮਕਦੇ ਚਿੱਟੇ ਸਫੇਦ ਕੱਪੜੇ ਪਾਏ ਹੋਏ ਨੇ, ਜਿਵੇਂ ਕੋਈ ਪਰੀ ਜੋ ਹੈ ਅਰਸ਼ ਤੋਂ, ਅੰਬਰ ਤੋਂ, ਆਸਮਾਨ ਤੋਂ ਉਤਰ ਕੇ ਆਈ ਹੋਵੇ। ਹਰਦਮ ਤਾਜ਼ਾ ਨਵੀਂ ਨਕੋਰ, ਤੁਰਤ ਫੁਰਤ ਹੈ ਇਸ ਦੀ ਤੋਰ। ਕਵੀ ਕੀ ਕਹਿੰਦਾ ਕਿ ਹਰਦਮ ਤਾਜ਼ਾ, ਫਰੈਸ਼ ਜੇ ਦਿਖਦੀ ਹੈ, ਔਰ ਨਵੀਂ ਨਕੋਰ, ਐਕਟਿਵ ਹੈ, ਸੋਹਣੀ ਹੈ। ਤੁਰਤ ਫੁਰਤ ਹੈ ਇਸ ਦੀ ਤੋਰ, ਜੋ ਇਹ ਐਕਟਿਵਨੈਸ, ਇਸ ਦੀ ਤੋਰ ਵਿੱਚ ਜੋ ਹੈ ਐਕਟਿਵਨੈਸ ਹੈ, ਫੁਰਤੀ ਹੈ ਇਸ ਦੀ ਤੋਰ ਵਿੱਚ। ਜਿਉਂ ਤਿਤਲੀ ਦੀ ਹੋਏ ਉਡਾਨ, ਵੰਡਦੀ ਫਿਰਦੀ ਤਿਉਂ ਮੁਸਕਾਨ। ਕਹਿੰਦੇ ਕਿ ਜਿਵੇਂ ਤਿਤਲੀ ਉੱਡਦੀ ਹੈ, ਤਿਤਲੀ ਨੂੰ ਉੱਡਦੇ ਦੇਖ ਕੇ ਜੋ ਹੈ ਬੱਚੇ ਖੁਸ਼ ਹੁੰਦੇ ਨੇ। ਤਿਤਲੀ ਖੁਸ਼ੀ ਵਿੱਚ ਫੁੱਲਾਂ 'ਤੇ ਉਡਾਰੀਆਂ ਮਾਰਦੀ ਹੈ, ਬੱਚੇ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਨੇ। ਉਸੇ ਤਰ੍ਹਾਂ ਹੀ ਕਹਿੰਦੇ ਇਹ ਜੋ ਆਈ ਹੈ, ਇਹ ਜੋ ਆਈ ਹੈ ਅਤੇ ਇਹ ਵੀ ਜੋ ਹੈ ਮੁਸਕਾਨ ਵੰਡਦੀ ਫਿਰਦੀ ਹੈ, ਸਾਰਿਆਂ ਨੂੰ ਖੁਸ਼ ਰੱਖਿਆ ਹੋਇਆ ਇਸ ਨੇ। ਵਾਰ ਅੰਦਰ ਜਿਉਂ ਹੀ ਆਈ, ਆਉਂਦੇ ਸਾਰ ਹੀ ਰੌਣਕ ਲਾਈ। ਕਹਿੰਦੇ ਜਿਵੇਂ ਵਾਰ ਦੇ ਅੰਦਰ ਇਹ ਆ ਗਈ, ਕਮਰੇ ਦੇ ਅੰਦਰ ਆ ਗਈ, ਆਉਂਦੇ ਸਾਰ ਹੀ ਇਸਨੇ ਰੌਣਕ ਲਗਾ ਦਿੱਤੀ, ਸਾਰੇ ਖੁਸ਼ ਹੋ ਗਏ ਇਸ ਨੂੰ ਦੇਖ ਕੇ। ਰੋਗੀਆਂ ਤਾਈਂ ਮਿਲ ਗਈ ਢਾਰਸ, ਜਿਉਂ ਆਇਆ ਕੋਈ ਵਾਲੀ ਵਾਰਸ। ਕਵੀ ਕਹਿੰਦਾ ਕਿ ਰੋਗੀਆਂ ਨੂੰ, ਪੇਸ਼ੈਂਟਸ ਨੂੰ, ਮਰੀਜ਼ਾਂ ਨੂੰ ਜੋ ਹੈ ਢਾਰਸ ਮਿਲ ਗਈ। ਢਾਰਸ ਦਾ ਮਤਲਬ ਇੱਥੇ ਕੀ ਹੈ? ਹੌਸਲਾ ਮਿਲ ਗਿਆ, ਤਸੱਲੀ ਹੋ ਗਈ, ਦਿਲਾਸਾ ਮਿਲ ਗਿਆ ਉਹਨਾਂ ਦੇ ਮਨਾਂ ਨੂੰ। ਠੀਕ ਹੈ ਜੀ। ਜਿਉਂ ਆਇਆ ਕੋਈ ਵਾਲੀ ਵਾਰਸ। ਵਾਲੀ ਵਾਰਸ ਮਤਲਬ ਮਾਲਕ, ਰਾਖਾ। ਅਤੇ ਕਹਿੰਦੇ ਕਿ ਜਿਵੇਂ ਕੋਈ ਉਹਨਾਂ ਦਾ ਵਾਲੀ ਵਾਰਸ ਆ ਜਾਂਦਾ, ਉਹਨਾਂ ਦੀ ਦੇਖਭਾਲ ਕਰਨ ਲਈ ਆ ਜਾਂਦਾ ਹੈ, ਉਹਨਾਂ ਨੂੰ ਦੇਖ ਕੇ ਜੋ ਹੈ ਰੋਗੀਆਂ, ਮਰੀਜ਼ਾਂ ਨੂੰ ਜੋ ਹੈ ਹੌਸਲਾ ਮਿਲ ਗਿਆ ਹੈ। ਠੀਕ ਹੈ ਜੀ। ਅੱਗੇ ਕੀ ਲਿਖਿਆ ਹੋਇਆ ਹੈ? ਅੱਗੇ ਕਵੀ ਲਿਖਦਾ ਹੈ, ਕਿਸੇ ਨੂੰ ਥਰਮਾਮੀਟਰ ਲਾਉਂਦੀ, ਕਿਸੇ ਨਬਜ਼ ਪਕੜ ਕੇ ਪੁੱਛ ਪੁਛਾਉਂਦੀ। ਕੀ ਕਹਿੰਦਾ ਕਵੀ? ਕਹਿੰਦੇ ਕਿਸੇ ਨੂੰ ਥਰਮਾਮੀਟਰ ਲਗਾ ਕੇ ਉਹਨਾਂ ਦਾ ਟੈਂਪਰੇਚਰ ਚੈੱਕ ਕਰਦੀ ਹੈ, ਉਹਨਾਂ ਦਾ ਜੋ ਹੈ ਫੀਵਰ ਚੈੱਕ ਕਰਦੀ ਹੈ, ਉਹਨਾਂ ਦਾ ਬੁਖਾਰ ਚੈੱਕ ਕਰਦੀ ਹੈ। ਕਿਸੇ ਦੀ ਨਬਜ਼ ਪਕੜ ਕੇ ਉਹਨਾਂ ਨਾਲ ਗੱਲਬਾਤ ਕਰਦੀ ਹੈ, ਉਹਨਾਂ ਨੂੰ ਉਸ ਦੇ ਹਾਲ ਬਾਰੇ ਪੁੱਛਦੀ ਹੈ। ਕਿਸੇ ਨੂੰ ਹੱਸ ਕੇ ਟੀਕਾ ਲਾਵੇ, ਦਵਾ ਕਿਸੇ ਨੂੰ ਆਨ ਪਿਆਵੇ। ਕਹਿੰਦੇ ਕਿਸੇ ਨੂੰ ਹੱਸ ਕੇ ਟੀਕਾ ਲਗਾਉਂਦੀ ਹੈ, ਇੰਜੈਕਸ਼ਨ ਲਗਾਉਂਦੀ ਹੈ, ਕਿਸੇ ਨੂੰ ਇਹ ਦਵਾਈ ਪਿਲਾ ਰਹੀ ਹੈ। ਇਹ ਕੀ ਹੈ? ਸਾਰਾ ਕੰਮ ਜੋ ਹੈ ਇੱਕ ਵਾਰਡ ਦੇ ਅੰਦਰ ਜਿੰਨੇ ਵੀ ਮਰੀਜ਼ ਲੇਟੇ ਹੋਏ ਨੇ ਉਹਨਾਂ ਬਾਰੇ ਕਵੀ ਗੱਲ ਕਰ ਰਿਹਾ ਕਿ ਕਿਸੇ ਦਾ ਜਾ ਕੇ ਫੀਵਰ ਚੈੱਕ ਕਰਦੀ ਹੈ, ਬੁਖਾਰ ਚੈੱਕ ਕਰ ਰਹੀ ਹੈ ਥਰਮਾਮੀਟਰ ਲਗਾ ਕੇ, ਕਿਸੇ ਦੀ ਨਬਜ਼ ਫੜ ਕੇ ਉਹਨਾਂ ਨਾਲ ਗੱਲ ਕਰ ਰਹੀ ਹੈ, ਕਿਸੇ ਕੋਲ ਜਾ ਕੇ ਉਹ ਕਿਸੇ ਨੂੰ ਇੰਜੈਕਸ਼ਨ ਲਗਾ ਦਿੰਦੀ ਹੈ, ਔਰ ਕਿਸੇ ਨੂੰ ਮੈਡੀਸਨ, ਦਵਾਈ ਜੋ ਹੈ ਉਹ ਪਿਲਾਉਂਦੀ ਹੈ ਜਾ ਕੇ। ਪੁੱਛਦੀ ਸਭ ਨੂੰ ਪ੍ਰੇਮ ਦੇ ਨਾਲ, ਦੱਸੋ ਜੀ ਹੁਣ ਕੀ ਹੈ ਹਾਲ। ਕਹਿੰਦੇ ਕਿ ਸਾਰਿਆਂ ਨੂੰ ਇਹ
ਪ੍ਰੇਮ ਦੇ ਨਾਲ ਜਾ ਕੇ, ਪਿਆਰ ਦੇ ਨਾਲ ਸਾਰਿਆਂ ਨੂੰ ਉਹਨਾਂ ਦਾ ਹਾਲ ਚਾਲ ਪੁੱਛਦੀ ਹੈ। ਇਹਦੀ ਤੱਕ ਮਿੱਠੀ ਮੁਸਕਾਨ ਦੁੱਖ ਸਾਰਾ ਰੋਗੀ ਭੁੱਲ ਜਾਣ, ਕਹਿੰਦੇ ਆ ਜੋ ਇਹਦਾ ਹਸਮੁਖ ਚਿਹਰਾ ਦੇਖ ਕੇ ਜੋ ਹੈ ਸਾਰੇ ਰੋਗੀ ਜੋ ਹੈ, ਸਾਰੇ ਪੇਸ਼ੈਂਟ ਜੋ, ਸਾਰੇ ਮਰੀਜ਼ ਜੋ ਹੈ ਉਹ ਆਪਣਾ ਦੁੱਖ ਭੁੱਲ ਜਾਂਦੇ ਨੇ। ਬੋਲੇ ਜਦ ਇਹ ਨਾਲ ਪਿਆਰ ਖਿੜਦਾ ਰੋਗੀ ਦਾ ਸੰਸਾਰ, ਕਹਿੰਦੇ ਸਾਰੇ ਰੋਗੀਆਂ ਨਾਲ ਇਹ ਪਿਆਰ ਨਾਲ ਗੱਲ ਕਰਦੀ ਹੈ, ਤਾਂ ਸਾਰੇ ਜੋ ਰੋਗੀ ਹੈ ਇਸ ਨੂੰ ਦੇਖ ਕੇ ਖੁਸ਼ ਹੁੰਦੇ ਹੈ। ਮਾਂ ਦੇ ਵਾਂਗਰ ਰੱਖਦੀ ਧਿਆਨ ਆਪਣਾ ਸੁੱਖ ਕਰਦੀ ਕੁਰਬਾਨ, ਕਹਿੰਦੇ ਜਿਵੇਂ ਮਾਂ ਇੱਕ ਬੱਚੇ ਦਾ ਧਿਆਨ ਰੱਖਦੀ ਹੈ ਉਸੇ ਤਰ੍ਹਾਂ ਹੀ ਇਹ ਵੀ ਰੋਗੀਆਂ ਦਾ ਧਿਆਨ ਜੋ ਹੈ ਰੱਖਦੀ ਹੈ, ਆਪਣਾ ਸੁੱਖ ਕਰਦੀ ਕੁਰਬਾਨ। ਮਤਲਬ ਜਦ ਵੀ ਕੋਈ ਰੋਗੀ ਇਸ ਨੂੰ ਬੁਲਾਉਂਦਾ ਹੈ, ਪੁਕਾਰਦਾ ਹੈ, ਤਾਂ ਇਹ ਚਾਹੇ ਰੈਸਟ ਕਰ ਰਹੀ ਹੋਵੇ, ਆਰਾਮ ਕਰ ਰਹੀ ਹੋ, ਫਿਰ ਵੀ ਇਹ ਉੱਠ ਕੇ ਦੌੜ ਕੇ ਜੋ ਹੈ ਰੋਗੀ ਕੋਲ ਜਾਂਦੀ। ਉਹਨਾਂ ਦਾ ਜੋ ਹੈ ਕੋਈ ਵੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੋਵੇ, ਕੋਈ ਵੀ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ, ਤਾਂ ਉਹਨਾਂ ਦਾ ਜੋ ਹੈ ਉਹਨਾਂ ਦੀ ਹੈਲਪ ਕਰਦੀ, ਉਹਨਾਂ ਨੂੰ ਢਾਰਸ ਦਿੰਦੀ, ਦਿਲਾਸਾ ਦੇ ਕੇ ਉਹਨਾਂ ਨੂੰ ਨੋਰਮਲ ਕਰਨ ਦੀ ਇਹ ਕੋਸ਼ਿਸ਼ ਕਰਦੀ ਹੈ। ਅਤੇ ਇਸ ਸਤਰਾਂ ਵਿੱਚ ਇਹੀ ਲਿਖਿਆ ਹੈਗਾ ਕਿ ਮਾਂ ਦੇ ਵਾਂਗ, ਜਿਵੇਂ ਮਾਂ ਸਾਨੂੰ ਢਾਰਸ ਦਿਲਾਸਾ ਦਿੰਦੀ ਹੈ, ਸਾਡਾ ਪੂਰਾ ਧਿਆਨ ਰੱਖਦੀ ਹੈ, ਉਵੇਂ ਹੀ ਇਹ ਰੋਗੀਆਂ ਦਾ ਵੀ ਜੋ ਹੈ ਧਿਆਨ ਰੱਖਦੀ ਹੈ। ਹੁਣ ਤੁਸਾਂ ਹੈ ਲਈ ਪਛਾਣ ਕੌਣ ਮਰੀਜ਼ਾਂ ਦੀ ਜਿੰਦ ਜਾਨ, ਕਵੀ ਕਹਿੰਦਾ ਪਿਆ ਉੱਪਰ ਮੈਂ ਇੰਨਾ ਕੁਛ ਇਸ ਬਾਰੇ ਦੱਸ ਦਿੱਤਾ ਹੈ, ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਮੈਂ ਕਿਸ ਬਾਰੇ ਗੱਲ ਕਰ ਰਿਹਾ ਹਾਂ। ਕੌਣ ਮਰੀਜ਼ਾਂ ਦੀ ਜਿੰਦ ਜਾਨ, ਕਿ ਕੌਣ ਕਿਸ ਨੂੰ ਜੋ ਹੈ ਮਰੀਜ਼ ਵੀ ਬਹੁਤ ਪਿਆਰ ਕਰਦੇ ਨੇ ਔਰ ਕੌਣ ਮਰੀਜ਼ਾਂ ਨੂੰ ਵੀ ਬਹੁਤ ਪਿਆਰ ਕਰਦੀ ਹੈ। ਇਹ ਹੈ ਕੌਮ ਦੀ ਸੇਵਾਦਾਰ ਰੋਗੀ ਜਿਸ ਨੂੰ ਕਰਦੇ ਪਿਆਰ, ਕਹਿੰਦੇ ਇਹ ਤਾਂ ਸੇਵਾਦਾਰ ਹੈ, ਸੇਵਾ ਕਰਨ ਵਾਲੀ ਹੈ, ਔਰ ਰੋਗੀ ਵੀ ਇਸ ਨੂੰ ਬਹੁਤ ਪਿਆਰ ਕਰਦੇ ਨੇ। ਸੀਤਲ ਭਰ ਕੇ ਦਿਲ ਵਿੱਚ ਤਰਸ ਰੱਬ ਨੇ ਭੇਜੀ ਜਗ ਤੇ ਨਸ, ਕਵੀ ਸੀਤਲ ਕੀ ਕਹਿੰਦਾ, ਕਹਿੰਦਾ ਕਿ ਦਿਲ ਵਿੱਚ ਤਰਸ, ਦਇਆ, ਰਹਿਮ ਭਰ ਕੇ ਰੱਬ ਨੇ, ਉਸ ਪਰਮਾਤਮਾ ਨੇ ਜੋ ਹੈ ਨਰਸ ਨੂੰ ਭੇਜਿਆ। ਅਤੇ ਇਹ ਗੱਲ ਜਿਹੜੀ ਜਿੰਨੀ ਵੀ ਹੋ ਰਹੀ ਸੀ ਇਹ ਕਿਸ ਬਾਰੇ ਹੋ ਰਹੀ ਸੀ, ਨਰਸ ਬਾਰੇ ਹੋ ਰਹੀ ਸੀ। ਕਵੀ ਨੇ ਬਹੁਤ ਸੋਹਣੀ ਕਵਿਤਾ ਲਿਖੀ ਹੈ, ਕਵਿਤਾ ਵਿੱਚ ਦੱਸਿਆ ਉਸਨੇ ਕਿ ਕਿਵੇਂ ਜੋ ਨਰਸ ਹੈ ਮਾਂ ਵਾਂਗਰ ਜੋ ਹੈ ਮਰੀਜ਼ਾਂ ਦਾ ਧਿਆਨ ਰੱਖਦੀ ਹੈ, ਕਿਵੇਂ ਜੋ ਹੈ ਮਰੀਜ਼ ਇਸ ਨੂੰ ਦੇਖ ਕੇ ਖੁਸ਼ ਹੁੰਦੇ ਨੇ। ਅੱਗੇ ਦੇਖੋ ਜੀ, ਔਖੇ ਸ਼ਬਦਾਂ ਦੇ ਅਰਥ ਹੈ। ਸਭ ਤੋਂ ਪਹਿਲਾਂ ਲਿਖਿਆ ਗਿਆ ਬਸਤਰ, ਬਸਤਰ ਦਾ ਮਤਲਬ ਕੀ ਹੈ, ਕੱਪੜੇ, ਪੋਸ਼ਾਕ। ਵਾਲੀ ਵਾਰਸ, ਮਾਲਕ, ਰਾਖਾ। ਸੇਵਾਦਾਰ, ਸੇਵਾ ਕਰਨ ਵਾਲੇ। ਢਾਰਸ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਸੀ, ਦਿਲਾਸਾ, ਹੌਸਲਾ, ਤਸੱਲੀ। ਕੁਰਬਾਨ, ਵਾਰੀ ਜਾਣਾ, ਸਦਕੇ ਜਾਣਾ, ਕਿਸੇ ਦੀ ਖਾਤਰ ਆਪਣੇ ਆਪ ਨੂੰ ਜੋ ਹੈ ਨੁਕਸਾਨ ਉਠਾਉਣਾ। ਤਰਸ, ਦਇਆ, ਰਹਿਮ। ਅੱਗੇ ਜੀ ਅਭਿਆਸ ਕੰਮ, ਪਹਿਲਾ ਕੀ ਹੈ, ਦੱਸੋ। ਦੱਸੋ ਵਿੱਚ ਕੀ ਲਿਖਿਆ, ਵਾਰਡ ਵਿੱਚ ਨਰਸ ਦੇ ਆਉਣ ਨਾਲ ਰੋਗੀ ਨੂੰ ਕੀ ਮਹਿਸੂਸ ਹੁੰਦਾ ਹੈ, ਕੀ ਮਹਿਸੂਸ ਹੁੰਦਾ ਰੋਗੀ ਨੂੰ। ਹਾਂਜੀ, ਮੈਂ ਉੱਤਰ ਇੱਥੇ ਹੇਠਾਂ ਲਿਖਿਆ ਕਿ ਵਾਰਡ ਵਿੱਚ ਨਰਸ ਦੇ ਆਉਣ ਨਾਲ ਰੋਗੀ ਨੂੰ ਹੌਸਲਾ ਮਹਿਸੂਸ ਹੁੰਦਾ ਹੈ। ਠੀਕ ਹੈ ਜੀ, ਰੋਗੀ ਜਦ ਜੋ ਦੇਖਦੇ ਆ ਵਾਰਡ ਵਿੱਚ ਨਰਸ ਨੂੰ, ਉਹਨਾਂ ਨੂੰ ਹੌਸਲਾ ਹੋ ਜਾਂਦਾ ਹੈ, ਢਾਰਸ ਮਿਲ ਜਾਂਦੀ ਹੈ। ਤਾਂ ਆਪਾਂ ਆਨਸਰ ਵਿੱਚ ਕੀ ਲਿਖਾਂਗੇ, ਵਾਰਡ ਵਿੱਚ ਨਰਸ ਦੇ ਆਉਣ ਨਾਲ ਰੋਗੀ ਨੂੰ ਹੌਸਲਾ ਮਹਿਸੂਸ ਹੁੰਦਾ ਹੈ। ਅਗਲਾ ਪ੍ਰਸ਼ਨ ਹੈ ਜੀ, ਵਾਰਡ ਵਿੱਚ ਨਰਸ ਕੀ ਕੁਝ ਕਰਦੀ ਹੈ। ਬਹੁਤ ਕੁਛ ਕੰਮ ਕਰਦੀ ਹੈ ਨਰਸ, ਥਰਮਾਮੀਟਰ ਲਗਾਉਂਦੀ ਹੈ, ਫੀਵਰ ਚੈੱਕ ਕਰਦੀ ਹੈ, ਬੁਖਾਰ ਚੈੱਕ ਕਰਦੀ ਹੈ, ਹਾਂ ਹੌਸਲਾ ਦਿੰਦੀ ਹੈ ਰੋਗੀਆਂ ਨੂੰ, ਟੀਕਾ ਲਗਾਉਂਦੀ ਹੈ, ਇੰਜੈਕਸ਼ਨ ਲਗਾਉਂਦੀ ਹੈ ਨਾ, ਦਵਾਈ ਪਿਲਾਉਂਦੀ ਹੈ, ਬਹੁਤ ਸਾਰੇ ਕੰਮ ਕਰਦੀ। ਅਤੇ ਨੀਚੇ ਆਪਾਂ ਆਨਸਰ ਇਸ ਤਰ੍ਹਾਂ ਲਿਖਿਆ ਕਿ ਵਾਰਡ ਵਿੱਚ ਨਰਸ ਰੋਗੀਆਂ ਦਾ ਥਰਮਾਮੀਟਰ ਨਾਲ ਬੁਖਾਰ ਦੇਖਦੀ, ਟੀਕਾ ਲਗਾਉਂਦੀ ਅਤੇ ਦਵਾਈ ਪਿਲਾਉਂਦੀ ਹੈ। ਠੀਕ ਹੈ ਜੀ। ਅਗਲਾ ਹੈ ਜੀ, ਖਾਲੀ ਥਾਵਾਂ ਭਰੋ। ਕੀ ਲਿਖਿਆ ਹੈ, ਜਿਉਂ ਤਿਤਲੀ ਦੇ ਹੋਏ ਉਡਾਨ, ਤਾਂ ਉਡਾਨ ਆਏਗਾ ਪਹਿਲੇ ਖਾਲੀ ਸਥਾਨ ਵਿੱਚ। ਵੰਡਦੀ ਫਿਰਦੀ ਤਿਉਂ ਮੁਸਕਾਨ, ਮੁਸਕਾਨ ਆ ਜਾਏਗਾ। ਰੋਗੀਆਂ ਤਾਈਂ ਮਿਲ ਗਈ ਢਾਰਸ, ਜਿਉਂ ਆਇਆ ਕੋਈ, ਹਾਂਜੀ ਵਾਲੀ ਵਾਰਸ, ਵੈਰੀ ਗੁੱਡ। ਮਾਂ ਦੇ ਵਾਂਗਰ ਰੱਖਦੀ ਧਿਆਨ ਆਪਣਾ ਸੁੱਖ ਕਰਦੀ ਕੁਰਬਾਨ, ਤਾਂ ਧਿਆਨ ਔਰ ਕੁਰਬਾਨ ਆ ਜਾਊਗਾ। ਆਖਰੀ ਖਾਲੀ ਸਥਾਨ 'ਚ ਕੀ ਲਿਖਿਆ, ਇਹ ਹੈ ਕੌਮ ਦੀ ਸੇਵਾਦਾਰ ਜਿਸ ਨੂੰ ਕਰਦੇ
ਪਿਆਰ ਹੈ ਨਾ, ਤੇ ਸੇਵਾਦਾਰ ਆ ਜਾਊਗਾ। ਅੱਗੇ ਦੇਖੋ, ਅੱਗੇ ਪ੍ਰਸ਼ਨ ਉੱਤਰ ਨੇ ਫਿਰ ਤੋਂ। ਇਸ ਕਵਿਤਾ ਵਿੱਚ ਕੌਮ ਦੀ ਸੇਵਾਦਾਰ ਕਿਸ ਨੂੰ ਕਿਹਾ ਗਿਆ ਹੈ? ਤਾਂ ਉੱਤਰ ਕਿਵੇਂ ਲਿਖਾਂਗੇ? ਇਸ ਕਵਿਤਾ ਵਿੱਚ ਕੌਮ ਦੀ ਸੇਵਾਦਾਰ ਜੋ ਹੈ, ਦੇਖੋ ਇਸ ਕਵਿਤਾ ਵਿੱਚ ਕੌਮ ਦੀ ਸੇਵਾਦਾਰ ਨਰਸ ਨੂੰ ਕਿਹਾ ਗਿਆ ਹੈ। ਠੀਕ ਹੈ ਜੀ। ਅਗਲਾ ਦੇਖੋ ਪ੍ਰਸ਼ਨ ਕੀ ਹੈ। ਅਗਲੇ ਪ੍ਰਸ਼ਨ 'ਚ ਲਿਖਿਆ ਹੈ, ਨਰਸ ਵੇਖ ਕੇ ਕਿਸ ਨੂੰ ਸਾਰਾ ਦੁੱਖ ਭੁੱਲ ਜਾਂਦਾ ਹੈ? ਕਿਸ ਨੂੰ ਭੁੱਲ ਜਾਂਦਾ ਹੈ? ਰੋਗੀ ਨੂੰ ਸਾਰਾ ਦੁੱਖ ਭੁੱਲ ਜਾਂਦਾ ਹੈ, ਮਰੀਜ਼ ਨੂੰ ਸਾਰਾ ਦੁੱਖ ਭੁੱਲ ਜਾਂਦਾ ਹੈ। ਤਾਂ ਆਪਾਂ ਇਸ ਤਰ੍ਹਾਂ ਲਿਖਾਂਗੇ, ਨਰਸ ਨੂੰ ਦੇਖ ਕੇ ਰੋਗੀ ਨੂੰ ਸਾਰਾ ਦੁੱਖ ਭੁੱਲ ਜਾਂਦਾ ਹੈ। ਠੀਕ ਹੈ ਜੀ। ਅਗਲਾ ਪ੍ਰਸ਼ਨ ਕੀ ਹੈ? ਨਰਸ ਮਰੀਜ਼ਾਂ ਦਾ ਧਿਆਨ ਕਿਸ ਵਾਂਗਰ ਰੱਖਦੀ ਹੈ? ਤੁਸੀਂ ਅੱਗੇ ਪੜ੍ਹਿਆ ਸੀਗਾ, ਮਾਂ ਦੇ ਵਾਂਗਰ ਰੱਖਦੀ ਧਿਆਨ, ਹੈ ਨਾ, ਅਤੇ ਕਿਸ ਵਾਂਗਰ ਰੱਖਦੀ ਹੈ? ਮਾਂ ਦੇ ਵਾਂਗਰ। ਤਾਂ ਆਪਾਂ ਆਨਸਰ ਜੋ ਹੈ ਉੱਤਰ ਕਿਵੇਂ ਲਿਖਾਂਗੇ? ਨਰਸ ਮਰੀਜ਼ਾਂ ਦਾ ਧਿਆਨ ਮਾਂ ਵਾਂਗਰ ਰੱਖਦੀ ਹੈ। ਸਭ ਤੋਂ ਹੇਠਾਂ ਵਾਲਾ ਜੋ ਉੱਤਰ ਲਿਖਿਆ ਹੋਇਆ, ਨਰਸ ਮਰੀਜ਼ਾਂ ਦਾ ਧਿਆਨ ਮਾਂ ਵਾਂਗਰ ਰੱਖਦੀ ਹੈ। ਠੀਕ ਹੈ ਜੀ। ਅੱਗੇ ਦੇਖੋ, ਹੇਠ ਲਿਖੇ ਵਾਕਾਂ ਨੂੰ ਜੋ ਹੈ ਸ਼ਬਦਾਂ ਨੂੰ ਜੋ ਵਾਕਾਂ ਵਿੱਚ ਵਰਤਣਾ। ਮਰੀਜ਼, ਕੁਛ ਵੀ ਅਸੀਂ ਲਿਖ ਸਕਦੇ ਹਾਂ, ਕਿਉਂਕਿ ਜਿਵੇਂ ਨਰਸ ਮਰੀਜ਼ ਦਾ ਧਿਆਨ ਰੱਖਦੀ ਹੈ ਜਾਂ ਮਰੀਜ਼ ਡਾਕਟਰ ਕੋਲ ਗਿਆ। ਠੀਕ ਹੈ ਜੀ। ਨੈਕਸਟ ਹੈ ਥਰਮਾਮੀਟਰ। ਮੇਰੀ ਮਾਤਾ ਜੀ ਨੇ ਥਰਮਾਮੀਟਰ ਨਾਲ ਮੇਰਾ ਬੁਖਾਰ ਚੈੱਕ ਕੀਤਾ, ਹੈ ਨਾ। ਅੱਗੇ ਨਵੀਂ ਨਕੋਰ। ਅੱਜ ਮੇਰੇ ਦੋਸਤ ਨੇ ਨਵੀਂ ਨਕੋਰ ਜੈਕਟ ਪਾਈ ਸੀ ਜਾਂ ਕਮੀਜ਼ ਪਾਈ ਸੀ, ਹੈ ਨਾ। ਅੱਗੇ ਲਿਖਿਆ ਜੀ ਸੇਵਾਦਾਰ। ਅਤੇ ਸਾਨੂੰ ਸੇਵਾਦਾਰ ਦੀ ਤਰ੍ਹਾਂ ਜੋ ਹੈ ਕੰਮ ਕਰਨਾ ਚਾਹੀਦਾ ਹੈ। ਸਾਨੂੰ ਕੋਈ ਵੀ ਕੰਮ ਜੋ ਹੈ ਇੱਕ ਸੇਵਾਦਾਰ ਦੀ ਤਰ੍ਹਾਂ ਕਰਨਾ ਚਾਹੀਦਾ। ਜਾਂ ਆਪਾਂ ਐਵੇਂ ਲਿਖ ਸਕਦੇ ਹਾਂ ਕਿ ਜੋ ਨਰਸ ਹੈ ਸੇਵਾਦਾਰ ਦੀ ਤਰ੍ਹਾਂ ਕੰਮ ਕਰਦੀ ਹੈ। ਅੱਗੇ ਦੇਖੋ ਲਿਖਿਆ ਤਰਸ। ਤਾਂ ਸਾਨੂੰ ਹਰ ਇੱਕ 'ਤੇ ਤਰਸ ਖਾਣਾ ਚਾਹੀਦਾ ਹੈ। ਠੀਕ ਹੈ ਜੀ। ਅੱਗੇ ਦੇਖੋ ਪੰਜਾਬੀ ਤੋਂ ਹਿੰਦੀ ਹੈ। ਧਿਆਨ, ਧਿਆਨ, ਪਛਾਣ, ਪਹਿਚਾਨ। ਠੀਕ ਹੈ। ਪਹਿਲਾਂ ਪੰਜਾਬੀ ਪੜ੍ਹ ਰਿਹਾ ਮੈਂ, ਉਸ ਤੋਂ ਬਾਅਦ ਹਿੰਦੀ ਪੜ੍ਹ ਰਿਹਾ। ਬਸਤਰ, ਵਸਤਰ, ਕੀ, ਕਿਆ, ਪਿਆਰ, ਪਿਆਰ, ਵੰਡਦੀ, ਬਾਂਟਦੀ, ਪੁੱਛਦੀ, ਪੁੱਛਦੀ, ਹੱਸ ਕੇ, ਹੰਸ ਕਰ। ਓਕੇ। ਅੱਗੇ ਦੇਖੋ ਅਰਸ਼, ਆਕਾਸ਼, ਤੋਰ, ਚਾਲ, ਢਾਰਸ, ਦਿਲਾਸਾ, ਦੱਸੋ, ਬਤਾਓ, ਹੁਣ, ਅਬ, ਤੱਕ ਕੇ, ਦੇਖ ਕਰ, ਨਾਲ, ਸਾਥ ਜਾਂ ਸਹਿਤ। ਤਾਂ ਇਹ ਸੀ ਜੀ ਸਾਡਾ ਚੈਪਟਰ ਕੌਮ ਦੀ ਸੇਵਾਦਾਰ। ਧੰਨਵਾਦ।